ਵੀ ਅੰਗਰੇਜ਼ਾਂ ਨੇ ਸਾਡੇ ਤੇ 200 ਸਾਲ ਰਾਜ ਕਿਉਂ ਕੀਤਾ। ਅਸੀਂ ਅੰਗਰੇਜ਼ਾਂ ਤੇ ਜਾ ਕੇ ਰਾਜ ਕਿਉਂ ਨਹੀਂ ਕੀਤਾ। ਸਾਡੇ ਭਾਰਤ ਨੂੰ ਸੋਨੇ ਦੀ ਚਿੜੀ ਨੂੰ ਅੰਗਰੇਜ਼ ਲੁੱਟ ਕੇ ਲੈ ਗਏ, ਅਸੀਂ ਇੰਗਲੈਂਡ ਲੁੱਟ ਕੇ ਕਿਉਂ ਨਹੀਂ ਲਏ। ਉਹਨਾਂ ਨੇ ਵਿਗਿਆਨੀ ਪੈਦਾ ਕੀਤੇ, ਸਾਇੰਸਦਾਨ ਪੈਦਾ ਕੀਤੇ, ਟੈਕਨੋਲੋਜੀ ਪੈਦਾ ਕੀਤੀ, ਪਰ ਜਿਹੜੀ ਸਾਡੇ ਲੋਕਾਂ ਦੀ ਸ਼ਿਕਾਇਤ ਹੈ, ਭਾਰਤੀ ਲੋਕਾਂ ਦੀ, ਅਸੀਂ ਕੀ ਪੈਦਾ ਕੀਤਾ। ਅਸੀਂ ਪੈਦਾ ਕੀਤਾ ਬਾਬਾਵਾਦ, ਪੁਜਾਰੀਵਾਦ। ਪੁਜਾਰੀਵਾਦ ਨੇ ਕੀ ਪੈਦਾ ਕੀਤਾ। ਗਊ ਮਾਤਾ, ਧਰਮਰਾਜ, ਪੁੰਨ ਪਾਪ, ਅਗਲਾ ਪਿਛਲਾ ਜਨਮ, ਸਵਰਗ ਨਰਕ। ਕਿਉਂਕਿ ਅੱਜ ਵੀ ਉਹੀ ਪੁਜਾਰੀਵਾਦ, ਉਹੀ ਬਾਬਾਵਾਦ, ਉਹੀ ਬੀਣ ਵਜਾ ਰਿਹਾ ਹੈ। ਧਰਮਰਾਜ ਵਾਲੀ, ਗਊ ਮਾਤਾ ਵਾਲੀ, ਅਗਲੇ ਪਿਛਲੇ ਜਨਮ ਵਾਲੀ, ਸਵਰਗ ਨਰਕ ਦੀ। ਤੇ ਉਹ ਬੀਣ ਜਿਹੜੀ ਅਸੀਂ ਸੁਣੀ ਜਾਂਦੇ ਹਾਂ, ਉਹਦੇ ਮਸਤ ਹੋਈ। ਜਿੰਨਾ ਚਿਰ ਅਸੀਂ ਇਸ ਬੀਣ ਦੇ ਉੱਤੇ ਮਸਤ ਹੁੰਦੇ ਰਹਾਂਗੇ, ਸੁਣਦੇ ਰਹਾਂਗੇ, ਤਾਂ ਇਹ ਮੁਲਕ ਕਦੀ ਵੀ ਅੱਗੇ ਨਹੀਂ ਜਾਏਗਾ। ਤਰਕਸ਼ੀਲ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ। ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ ਇੱਕ ਨਾ ਅਕਸਰ ਹੀ ਸੁਣਦੇ ਹਾਂ ਜਾਂ ਇਹ ਸਵਾਲ ਆਉਂਦੇ ਰਹਿੰਦੇ ਨੇ, ਇਹ ਗੱਲ ਚੱਲਦੀ ਰਹਿੰਦੀ ਹੈ ਕਿ ਜਿਹੜਾ ਭਾਰਤ ਦੇਸ਼ ਹੈਗਾ ਕਿਸੇ ਸਮੇਂ ਸੋਨੇ ਦੀ ਚਿੜੀਆ ਸੀ, ਇਹਨੂੰ ਅੰਗਰੇਜ਼ ਲੁੱਟ ਕੇ ਲੈ ਗਏ। ਦੂਜੀ ਗੱਲ ਇਹ ਆਉਂਦੀ ਹੈ ਕਿ ਭਾਰਤ ਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ। ਆਪਾਂ ਗੱਲ ਸਿਰਫ ਇਸ ਵਿਸ਼ੇ ਦੇ ਉੱਤੇ ਕਰਾਂਗੇ, ਹਾਲਾਂਕਿ ਉਦੋਂ ਪਿੱਛੇ ਵੀ ਬਹੁਤ ਕੁਛ ਪਿਆ ਹੈਗਾ। ਵੀ ਭਾਰਤ ਸੋਨੇ ਦੀ ਚਿੜੀਆ ਸੀਗੀ, ਇਹਨੂੰ ਅੰਗਰੇਜ਼ ਲੁੱਟ ਕੇ ਲੈ ਗਏ। ਅੰਗਰੇਜ਼ਾਂ ਨੇ ਸਾਡੇ 200 ਸਾਲ ਰਾਜ ਕੀਤਾ ਤੇ ਅਸੀਂ ਗੁਲਾਮੀ ਕੀਤੀ। ਇਹ ਸਵਾਲ ਵੀ ਹੈ ਤੇ ਇਹਦਾ ਮੈਂ ਜਵਾਬ ਵੀ ਦਿੰਦਾ। ਵੀ ਸਵਾਲ ਇਹ ਹੈਗਾ, ਮੈਂ ਸਵਾਲ ਵੀ ਕਰਦਾ ਤੇ ਜਵਾਬ ਵੀ ਦੇਊਂਗਾ ਵੀ ਅੰਗਰੇਜ਼ਾਂ ਨੇ ਸਾਡੇ ਤੇ 200 ਸਾਲ ਰਾਜ ਕਿਉਂ ਕੀਤਾ। ਅਸੀਂ ਅੰਗਰੇਜ਼ਾਂ ਤੇ ਜਾ ਕੇ ਰਾਜ ਕਿਉਂ ਨਹੀਂ ਕੀਤਾ। ਸਾਡੇ ਭਾਰਤ ਨੂੰ ਸੋਨੇ ਦੀ ਚਿੜੀ ਨੂੰ ਅੰਗਰੇਜ਼ ਲੁੱਟ ਕੇ ਲੈ ਗਏ, ਅਸੀਂ ਇੰਗਲੈਂਡ ਲੁੱਟ ਕੇ ਕਿਉਂ ਨਹੀਂ ਲਏ। ਸਵਾਲ ਇੱਥੇ ਖੜਾ। ਦੋਸਤੋ, ਹੁਣ ਜਿਹੜੇ ਉਹ ਯੂਰਪ ਦੇ ਦੇਸ਼ ਨੇ ਅੱਜ ਵੀ ਬਹੁਤ ਬੁਲੰਦੀਆਂ 'ਤੇ ਨੇ, ਬਹੁਤ ਵਿਕਸਿਤ ਨੇ, ਤੇ ਅਸੀਂ ਅੱਜ ਵੀ ਪਛੜੇ ਹੋਏ ਹਾਂ। ਹੁਣ ਇੱਥੇ ਕਾਰਨ ਕੀ ਬਣਦਾ ਹੈਗਾ ਕਿ ਉਹਨਾਂ ਯੂਰਪ ਦੇ ਦੇਸ਼ਾਂ ਨੇ, ਚਾਹੇ ਆਪਾਂ ਇੰਗਲੈਂਡ ਨੂੰ ਕਹਿ ਲਓ, ਅੰਗਰੇਜ਼ਾਂ ਨੂੰ ਕਹਿ ਲਓ, ਗੱਲ ਤਾਂ ਅੰਗਰੇਜ਼ਾਂ ਦੀ ਚੱਲਦੀ ਹੈ ਨਾ, ਤਾਂ ਅੰਗਰੇਜ਼ਾਂ ਨੇ ਕੀ ਕੀਤਾ ਜਾਂ ਅੰਗਰੇਜ਼ਾਂ ਦੇ ਦੇਸ਼ ਨੇ ਕੀ ਕੀਤਾ। ਉਹਨਾਂ ਨੇ ਵਿਗਿਆਨੀ ਪੈਦਾ ਕੀਤੇ, ਸਾਇੰਸਦਾਨ ਪੈਦਾ ਕੀਤੇ, ਉਹਨਾਂ ਨੇ ਵਿਗਿਆਨ ਵਿਕਸਿਤ ਕੀਤਾ, ਟੈਕਨੋਲੋਜੀ ਵਿਕਸਿਤ ਕੀਤੀ, ਤੇ ਉਹਦੀ ਦਿਸ਼ਾ ਨਿਰਦੇਸ਼ ਦੇ ਵਿੱਚ, ਉਹਦੀ ਸੇਧ ਦੇ ਵਿੱਚ ਅੱਗੇ ਜਾ ਕੇ ਉਹ ਪੂਰੀ ਦੁਨੀਆ ਦੇ ਵਿੱਚ ਫੈਲ ਗਏ। ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਛਿਪਦਾ, ਮਤਲਬ ਪੂਰੀ ਦੁਨੀਆ ਦੇ ਉੱਤੇ ਉਹਨਾਂ ਦਾ ਸਿੱਕਾ ਚੱਲਦਾ ਸੀ, ਰਾਜ ਚੱਲਦਾ ਸੀ। ਹੁਣ ਉੱਥੇ ਸਵਾਲ ਇਹ ਖੜਾ ਹੁੰਦਾ ਹੈਗਾ ਵੀ ਉਹ ਕਿਉਂ ਇੰਨਾ ਫੈਲ ਗਏ, ਕਿਉਂ ਇੰਨਾ ਕੁਛ ਕੀਤਾ। ਜਿਵੇਂ ਮੈਂ ਪਹਿਲੇ ਕਹਿ ਚੁੱਕਿਆ ਹੈਗਾ 1 ਮਿੰਟ ਪਹਿਲਾਂ, ਉਹਨਾਂ ਨੇ ਵਿਗਿਆਨੀ ਪੈਦਾ ਕੀਤੇ, ਸਾਇੰਸਦਾਨ ਪੈਦਾ ਕੀਤੇ, ਟੈਕਨੋਲੋਜੀ ਪੈਦਾ ਕੀਤੀ, ਪਰ ਜਿਹੜੀ ਸਾਡੇ ਲੋਕਾਂ ਦੀ ਸ਼ਿਕਾਇਤ ਹੈ, ਭਾਰਤੀ ਲੋਕਾਂ ਦੀ, ਅਸੀਂ ਕੀ ਪੈਦਾ ਕੀਤਾ। ਅਸੀਂ ਪੈਦਾ ਕੀਤਾ ਬਾਬਾਵਾਦ, ਪੁਜਾਰੀਵਾਦ। ਇਸ ਦੇਸ਼ ਨੇ ਪੁਜਾਰੀਵਾਦ ਪੈਦਾ ਕੀਤਾ, ਬਾਬਾਵਾਦ ਪੈਦਾ ਕੀਤਾ। ਉਹਨਾਂ ਨੇ ਵਿਗਿਆਨੀਆਂ ਦੇ ਨਾਲ ਖੋਜਾਂ ਕੀਤੀਆਂ, ਟੈਕਨੋਲੋਜੀ ਪੈਦਾ ਕੀਤੀ ਤੇ ਦੁਨੀਆ 'ਚ ਛਾਏ। ਤੇ ਸਾਡੇ ਜਿਹੜੇ ਆ ਬਾਬੇ ਤੇ ਪੁਜਾਰੀ, ਜਿਹੜੇ ਵਿਗਿਆਨੀ ਸਾਡੇ ਸਮਾਜ ਨੇ ਪੈਦਾ ਕੀਤੇ, ਸਾਡੇ ਲੋਕਾਂ ਨੇ ਪੈਦਾ ਕੀਤੇ, ਸਾਡੇ ਦੇਸ਼ ਨੇ ਪੈਦਾ ਕੀਤੇ, ਇਹਨਾਂ ਵਿਗਿਆਨੀਆਂ ਨੇ, ਪੁਜਾਰੀਵਾਦ ਨੇ ਕੀ ਪੈਦਾ ਕੀਤਾ। ਗਊ ਮਾਤਾ, ਧਰਮਰਾਜ, ਪੁੰਨ ਪਾਪ, ਅਗਲਾ ਪਿਛਲਾ ਜਨਮ, ਸਵਰਗ ਨਰਕ।
ਤੇ ਹੋਰ ਇਹੋ ਜਿਹਾ ਕੁਛ ਬੜਾ ਪੈਦਾ ਕੀਤਾ ਜਿਹਦੇ ਵਿੱਚ ਸਦੀਆਂ ਤੋਂ ਸਾਡੇ ਲੋਕਾਂ ਨੂੰ ਇਹਨਾਂ ਨੇ ਉਲਝਾਤਾ। ਪਰ ਜਿਹੜਾ ਮੌਜੂਦਾ ਜੀਵਨ ਹੈ, ਮੌਜੂਦਾ ਜ਼ਿੰਦਗੀ ਹੈ, ਇਹਦਾ ਕਨਸੈਪਟ ਹੀ ਖਤਮ ਕਰਤਾ ਉਹਨਾਂ ਨੇ ਪੂਰੀ ਤਰ੍ਹਾਂ। ਤੇ ਉਹਦਾ ਨਤੀਜਾ ਇਹ ਹੈ ਕਿ ਅੱਜ ਵੀ ਸਾਡੇ ਲੋਕ, ਅੱਜ ਵੀ ਸਾਡਾ ਸਮਾਜ, ਅੱਜ ਵੀ ਸਾਡਾ ਦੇਸ਼ ਉਸ ਕਿਨਾਰੇ 'ਤੇ ਹੀ ਖੜ੍ਹਾ ਹੈਗਾ ਜਿਹੜੇ ਕਿਨਾਰੇ 'ਤੇ ਸਦੀਆਂ ਪਹਿਲਾਂ ਖੜ੍ਹਾ ਸੀ। ਪਰ ਉਹ ਜਿਹੜੇ ਆਪਾਂ ਗੱਲ ਅੰਗਰੇਜ਼ਾਂ ਦੀ ਕਰਦੇ, ਅੰਗਰੇਜ਼ ਲੋਕ ਕਿੱਥੇ ਪਹੁੰਚ ਗਏ ਆ, ਚੰਦ ਮੰਗਲ ਤੇ ਹੁਣ ਉਹ ਸੂਰਜ ਦੇ ਵੀ ਜਾ ਰਹੇ ਨੇ। ਅਸੀਂ ਧਰਤੀ ਤੇ ਹੀ ਜੀਵਨ ਨੂੰ ਨਹੀਂ ਸੁਧਾਰ ਸਕੇ। ਕਿਉਂ? ਕਿਉਂਕਿ ਇਸ ਪੁਜਾਰੀਵਾਦ ਨੇ, ਇਸ ਬਾਬਾਵਾਦ ਨੇ ਜੋ ਕੁਛ ਪੈਦਾ ਕਰਕੇ ਸਾਡੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਫਿੱਟ ਕਰ ਦਿੱਤਾ, ਉਹ ਅੱਜ ਵੀ ਮੌਜੂਦ ਹੈ। ਇਹੀ ਕਾਰਨ ਹੈ ਕਿ ਸਾਡਾ ਸਮਾਜ, ਸਾਡਾ ਦੇਸ਼ ਸਦੀਆਂ ਤੋਂ ਗੁਲਾਮ ਰਿਹਾ। ਅੰਗਰੇਜ਼ਾਂ ਤੋਂ ਪਹਿਲਾਂ ਵੀ ਗੁਲਾਮੀ ਆਈ ਇਸ ਦੇਸ਼ ਦੇ ਉੱਤੇ ਲੈ ਕੇ। ਉਸ ਸਮੇਂ ਦੇ ਵਿੱਚ ਪੁਜਾਰੀਵਾਦ ਸੀਗਾ। ਉਹ ਇੱਕ ਲੰਬੀ ਚੌੜੀ ਕਹਾਣੀ ਹੈ, ਉਹ ਆਪਾਂ ਅਗਲੇ ਕਿਸੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਉਹਦੇ ਬਾਰੇ ਦੇ ਵਿੱਚ। ਹੁਣ ਇੱਥੇ ਅਗਲਾ ਸਵਾਲ ਹੁੰਦਾ ਹੈਗਾ ਵੀ ਇਹੀ ਜਿਹੜਾ ਪੁਜਾਰੀਵਾਦ ਨੇ, ਬਾਬਾਵਾਦ ਨੇ, ਯਾਨੀ ਕਿ ਸਾਡੇ ਭਾਰਤੀ ਇਹਨਾਂ ਵਿਗਿਆਨੀਆਂ ਨੇ ਜਿਹੜਾ ਪੈਦਾ ਕੀਤਾ ਹੈਗਾ, ਧਰਮ ਰਾਜ, ਵਿਆਹ ਮਾਤਾ, ਸਵਰਗ ਨਰਕ ਤੇ ਸਾਰਾ ਕੁਛ ਪੈਦਾ ਹੈਗਾ, ਉਹ ਅੱਜ ਵੀ ਸਾਡੇ ਲੋਕਾਂ 'ਤੇ ਚੱਲ ਰਿਹਾ ਹੈ। ਅੱਜ ਸਾਡੇ ਲੋਕ ਉਸੇ ਹਾਲਤ ਦੇ ਵਿੱਚ ਨੇ। ਅਤੇ ਅੱਜ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਵੀ ਅੰਗਰੇਜ਼ਾਂ ਨੇ ਯਾਰ ਇਹ ਭਾਰਤ ਦੀ ਸੋਨੇ ਚਿੜੀ ਸੀਗੇ ਲੁੱਟ ਕੇ ਲੈ ਗਏ, ਜਾਂ ਮਤਲਬ ਅੰਗਰੇਜ਼ਾਂ ਨੇ ਸਾਡੇ ਉਹ 200 ਸਾਲ ਰਾਜ ਕੀਤਾ, ਸਾਨੂੰ ਗੁਲਾਮ ਬਣਾਇਆ, ਅਤੇ ਅੱਜ ਵੀ ਸਾਡੇ ਲੋਕ ਉਹਨਾਂ ਅੰਗਰੇਜ਼ਾਂ ਕੋਲੇ ਹੀ 20-25 ਲੱਖ ਰੁਪਈਆ ਲਾ ਕੇ ਉੱਥੇ ਜਾਂਦੇ ਨੇ। ਉੱਥੇ ਕੀ ਕਰਦੇ ਨੇ? ਉੱਥੇ ਵੀ ਦੋਸਤੋ ਗੁਲਾਮੀ ਹੈ। ਉਹ ਜਾ ਕੇ ਤੁਹਾਨੂੰ ਉੱਥੇ ਤਖਤ ਨਹੀਂ ਦੇ ਦਿੰਦੇ, ਉਹ ਤਾਜ ਨਹੀਂ ਦੇ ਦਿੰਦੇ। ਹੁਣ ਸਵਾਲ ਇਹ ਹੈ ਵੀ ਉਹ ਲੋਕ ਇਸ ਚੀਜ਼ ਨਿਕਲ ਗਏ ਅਤੇ ਸਾਡੇ ਲੋਕ ਉਹਦੇ ਵਿੱਚ ਹੀ ਫਿਰਦੇ ਨੇ। ਹੁਣ ਜਿਹੜੇ ਸਾਡੇ ਭਾਰਤੀ ਵਿਗਿਆਨੀਆਂ ਨੇ, ਉਸ ਪੁਜਾਰੀਵਾਦ ਵਿਗਿਆਨੀ, ਮੈਂ ਉਹਨਾਂ ਨੂੰ ਵਿਗਿਆਨੀ ਕਹੂੰਗਾ, ਵੀ ਜਿਹੜਾ ਫਲਸਫਾ ਸਿਰਜਿਆ ਉਹਦੇ ਵਿੱਚ ਜਿਹੜੀ ਮੌਜੂਦਾ ਜ਼ਿੰਦਗੀ ਹੈ ਇਹਦਾ ਕਨਸੈਪਟ ਹੀ ਖਤਮ ਕਰਤਾ। ਇਸ ਕਰਕੇ ਸਾਡਾ ਸਮਾਜ ਅੱਗੇ ਹੀ ਨਹੀਂ ਵੱਧ ਸਕਿਆ, ਬਲਕਿ ਉਦੋਂ ਵੱਧ ਪੁਜਾਰੀਵਾਦ ਅਤੇ ਬਾਬਾਵਾਦ ਉਦੋਂ ਵੱਧ ਫੈਲ ਰਿਹਾ ਹੈ ਅਤੇ ਲੋਕਾਂ ਨੂੰ ਉਹ ਹੀ ਵੱਧ ਤੋਂ ਬਦਤਰ ਜ਼ਿੰਦਗੀ ਦੇ ਵਿੱਚ ਘੁਮਾ ਰਿਹਾ ਹੈ। ਹੁਣ ਤੇ ਕਮਾਲ ਦੀ ਗੱਲ ਹੈ ਯਾਰ, ਉਹਨਾਂ ਲੋਕਾਂ ਨੇ ਮੌਜੂਦਾ ਜ਼ਿੰਦਗੀ ਨੂੰ, ਮੌਜੂਦਾ ਸਿਸਟਮ ਨੂੰ ਅਤੇ ਮੌਜੂਦਾ ਵਿਕਾਸ ਨੂੰ ਪਹਿਲ ਦਿੱਤੀ। ਪਰ ਅੱਜ ਵੀ ਸਾਡਾ ਸਮਾਜ, ਸਾਡਾ ਦੇਸ਼, ਸਾਡੇ ਦੇਸ਼ ਦੇ ਲੋਕ ਉਹੀ 16ਵੀਂ ਸਦੀ ਦੇ ਵਿੱਚ ਚੱਲ ਰਹੇ ਨੇ, ਜਦੋਂ ਕਿ ਵਿਗਿਆਨ ਦਾ ਸਿਖਰ ਹੈ। ਉਹ ਆਪਣੇ ਜਿਹੜੀ ਟੈਕਨੋਲੋਜੀ, ਸਾਇੰਸ ਅਸੀਂ ਵਰਤ ਰਹੇ ਹਾਂ ਪੂਰੀ ਤਰ੍ਹਾਂ, ਸਭ ਕੁਛ ਉਹ ਚੱਲ ਰਿਹਾ, ਲੇਕਿਨ ਉਹਦਾ ਫਾਇਦਾ ਕੌਣ ਉਠਾ ਰਿਹਾ? ਉਹਦਾ ਫਾਇਦਾ ਵੀ ਇਹ ਬਾਬੇ ਲੋਕ ਵੀ ਉਠਾ ਰਹੇ ਨੇ। ਉਹਦੇ ਉੱਤੇ ਹੋਰ ਲੋਕਾਂ ਨੂੰ ਉੱਥੇ ਜਾ ਕੇ ਉਲਝਾ ਰਹੇ ਨੇ, ਮੋੜ ਰਹੇ ਨੇ ਉਸ ਪਾਸੇ ਲੋਕ। ਦੋਸਤੋ, ਇੱਕ ਜਿਹੜੀ ਗੱਲ ਇਹ 'ਚ ਵਿਚਾਰਨ ਵਾਲੀ ਹੈ ਕਿ ਇਹ ਨਹੀਂ ਗਾ ਕਿ ਯੂਰਪ ਦੇ ਉਹਨਾਂ ਦੇਸ਼ਾਂ ਦੇ ਵਿੱਚ ਜਾਂ ਉਸ ਮਤਲਬ ਜਿਹੜਾ ਹੈਗਾ ਅੰਗਰੇਜ਼ਾਂ ਦੀ ਗੱਲ ਕਰ ਰਹੇ ਆਪਾਂ, ਅੰਗਰੇਜ਼ੀ ਕਹਿ ਲਓ ਯਾਰ, ਬਾਕੀ ਛੱਡੋ, ਵੀ ਉੱਥੇ ਅੰਧ ਵਿਸ਼ਵਾਸ ਨਹੀਂ ਸੀਗੇ ਜਾਂ ਉੱਥੇ ਇਹੋ ਜਿਹਾ ਕੁਛ ਨਹੀਂ ਸੀਗਾ ਸਾਰਾ ਕੁਛ ਸੀਗਾ, ਇੱਦੋਂ ਵੀ ਜ਼ਿਆਦਾ ਸੀਗਾ ਉਹਨਾਂ ਯੂਰਪ ਦੇ ਦੇਸ਼ਾਂ ਦੇ ਵਿੱਚ। ਮੈਂ ਇੱਕ ਜਿਹੜੀ ਸਟੱਡੀ ਕੀਤੀ ਹੈ ਉਹਦੇ 'ਚ ਦੇਖਿਆ ਸੀਗਾ ਕਿ ਤਕਰੀਬਨ 15ਵੀਂ 16ਵੀਂ ਸਦੀ ਦੇ ਵਿੱਚ ਲਿਆ ਕੇ ਉੱਥੇ ਆਹ ਭੂਤਾਂ, ਪ੍ਰੇਤਾਂ, ਆਤਮਾਵਾਂ ਅਤੇ ਇਹ ਅੰਧ ਵਿਸ਼ਵਾਸ ਸਾਰਾ ਕੁਛ ਸੀਗਾ, ਇਸ ਤੋਂ ਜ਼ਿਆਦਾ ਸੀਗਾ। ਉਹ ਮੇਰੀ ਸਟੱਡੀ 'ਚ ਕੀ ਚੀਜ਼ ਇਹ ਵੀ ਉੱਥੇ ਸੈਂਕੜੇ ਔਰਤਾਂ ਨੂੰ ਹਰ ਮਤਲਬ ਸੀਗਾ ਜਿਹੜਾ ਸਾਲ ਦੇ ਵਿੱਚ ਡੈਣਾ ਕਹਿ ਕੇ, ਭੂਤਾਂ ਕਹਿ ਕੇ ਮਾਰ ਦਿੱਤਾ ਜਾਂਦਾ ਸੀ। ਹਾਲਾਂਕਿ ਸਾਡੇ ਤਾਂ ਕੋਈ ਇਹੋ ਜਿਹਾ ਕੁਛ ਨਹੀਂ ਹੈ, ਸਾਡੇ ਘਟਨਾਵਾਂ ਵਾਪਰਦੀਆਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਲਿਆ ਕੇ, ਪਰ ਇਹੋ ਜਿਹੀਆਂ ਨਹੀਂ ਵਾਪਰਦੀਆਂ ਜਿੰਨੀਆਂ ਉਹਨਾਂ ਦੇਸ਼ਾਂ 'ਚ ਵਾਪਰਦੀਆਂ ਸੀਗੀਆਂ।
ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਡੈਣਾ ਕਹਿ ਕੇ, ਭੂਤਾਂ ਕਹਿ ਕੇ, ਸੈਂਕੜੇ ਔਰਤਾਂ ਨੂੰ ਹਰ ਸਾਲ। ਫਿਰ ਕੀ ਹੋਇਆ, ਉਦੋਂ ਉੱਥੇ ਵਿਗਿਆਨ ਪੈਦਾ ਹੋਇਆ, ਤਕਰੀਬਨ ਮੇਰਾ ਖਿਆਲ ਵੀ 16ਵੀਂ ਸਦੀ ਦੇ ਵਿੱਚ ਲਿਆ ਕੇ ਵਿਗਿਆਨੀ ਹੋਏ। ਉਹਨਾਂ ਨੇ ਉਸ ਚੀਜ਼ ਦਾ ਵੀ ਵਿਰੋਧ ਕੀਤਾ, ਵਿਗਿਆਨ ਦਾ ਵੀ ਵਿਰੋਧ ਕੀਤਾ ਅਤੇ ਵਿਗਿਆਨੀਆਂ ਦਾ ਵੀ ਵਿਰੋਧ ਕੀਤਾ। ਬਲਕਿ ਇਸ ਪੱਧਰ ਤੱਕ ਜਾ ਕੇ ਉਹਨਾਂ ਨੇ ਵਿਰੋਧ ਕੀਤਾ ਕਿ ਕਈ ਵਿਗਿਆਨੀਆਂ ਨੇ, ਜਿਵੇਂ ਗਲੀਲੀਓ ਹੋਇਆ, ਕੋਪਰਨਿਕਸ ਹੋਇਆ ਗਾ, ਬਰੂਨੋ ਹੋਇਆ ਗਾ, ਹੋਰ ਬਹੁਤ ਸਾਰੇ ਵਿਗਿਆਨੀ ਹੋਏ ਨੇ, ਅਤੇ ਬਹੁਤ ਸਾਰੇ ਵਿਗਿਆਨੀਆਂ ਨੂੰ ਉਹਨਾਂ ਨੇ ਕਿਸੇ ਨੂੰ ਜਿਉਂਦਾ ਸਾੜਤਾ, ਕਿਸੇ ਨੂੰ ਮਤਲਬ ਜਿਹੜਾ ਸੀਗਾ ਉਹ ਜ਼ਿੰਦਗੀ ਪਰ ਜੇਲ੍ਹਾਂ ਸਾੜ ਕੇ ਮਾਰਿਆ, ਕਿਸੇ ਨੂੰ ਹੋਰ ਤਸੀਹੇ ਦਿੱਤੇ। ਉਹਨਾਂ ਨੇ ਵਿਗਿਆਨ ਦਾ ਵਿਰੋਧ ਵੀ ਕੀਤਾ ਅਤੇ ਵਿਰੋਧ ਇਸ ਪੱਧਰ 'ਤੇ ਕੀਤਾ ਕਿ ਉਹਨਾਂ ਵਿਗਿਆਨੀਆਂ ਨੂੰ ਮਾਰਨ ਤੱਕ ਵੀ ਉਹਨਾਂ ਨੇ ਕੰਮ ਕੀਤਾ। ਪਰ ਅੱਗੇ ਜਾ ਕੇ ਜਦੋਂ ਉਹਨਾਂ ਦੇ ਵਿਗਿਆਨੀਆਂ ਦੇ ਵਿਚਾਰ, ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ, ਉਹਨਾਂ ਦੇ ਕਹੇ ਹੋਏ ਜਿਹੜੇ ਉਹਨਾਂ ਦੇ ਕੀਤੀਆਂ ਹੋਈਆਂ ਕਾਢਾਂ ਨੂੰ ਵਿਚਾਰਿਆ, ਸਟੱਡੀ ਕੀਤੀ, ਅਧਿਐਨ ਕੀਤਾ, ਉਹਨਾਂ ਨੂੰ ਲੱਗਿਆ ਵੀ ਯਾਰ ਵਾਕਈ ਇਹ ਗੱਲ ਜਿਹੜੀ ਹੈ ਸਾਨੂੰ ਇਸ ਪਾਸੇ ਤੁਰਨਾ ਚਾਹੀਦਾ। ਫਿਰ ਉਹ ਲੋਕ ਉਸ ਪਾਸੇ ਨੂੰ ਤੁਰੇ, ਅਤੇ ਜਦੋਂ ਉਸ ਪਾਸੇ ਨੂੰ ਤੁਰੇ ਤਾਂ ਫਿਰ ਉਹ ਅੱਗੇ ਅੱਗੇ ਵੱਧਦੇ ਤੁਰੇ ਗਏ। ਜਿਵੇਂ ਕਹਿੰਦੇ ਨੇ ਵੀ ਇੱਕ ਵਾਰੀ ਬੰਦਾ ਤੁਰਿਆ ਅਤੇ ਮੁੜ ਕੇ ਪਿੱਛਾ ਭੌਂਕ ਨਹੀਂ ਦੇਖਿਆ, ਫਿਰ ਉਹਨਾਂ ਨੇ ਲੋਕਾਂ ਨੇ ਪਿੱਛਾ ਭੌਂਕ ਨਹੀਂ ਦੇਖਿਆ ਗਾ, ਅਤੇ ਉਹ ਅੱਜ ਇਸ ਸਟੇਜ 'ਤੇ ਪਹੁੰਚ ਗਏ ਕਿ ਅੱਜ ਉਹ ਬੁਲੰਦੀਆਂ 'ਤੇ ਨੇ। ਉੱਥੇ ਜਿਹੜਾ ਮਜ਼ਹਬ ਦਾ ਸੀਗਾ ਸੰਕਲਪ ਸੀਗਾ, ਉਹਨਾਂ ਨੇ ਮਜ਼ਹਬ ਦੇ ਸੰਕਲਪ ਨੂੰ ਪਿੱਛੇ ਛੱਡਤਾ ਵੀ ਯਾਰ ਉਹਨਾਂ ਨੇ ਮਜ਼ਹਬ ਇਹ ਬਣਾਤਾ ਵੀ ਮਜ਼ਹਬ ਯਾਰ ਤੁਹਾਡਾ ਨਿੱਜੀ ਮਸਲਾ ਹੈ। ਉੱਥੇ ਲੋਕਾਂ ਨੇ ਵੀ ਫਿਰ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਵੀ ਯਾਰ ਵਾਕਿਆ ਠੀਕ ਹੈ ਇਹ ਗੱਲ, ਅਤੇ ਲੋਕ ਵੀ ਉਸ ਪਾਸੇ ਨੂੰ ਤੁਰੇ, ਉਸ ਦਾ ਸਿਸਟਮ ਵੀ ਉਸ ਪਾਸੇ ਨੂੰ ਤੁਰਿਆ। ਠੀਕ ਹੈ, ਅਤੇ ਸਿਸਟਮ ਤੋਂ ਪਹਿਲਾਂ ਲੋਕ ਤੁਰੇ ਉਸ ਪਾਸੇ ਨੂੰ, ਅਤੇ ਫਿਰ ਸਿਸਟਮ ਉਸ ਪਾਸੇ ਨੂੰ ਤੁਰਿਆ, ਅਤੇ ਅੱਜ ਉਹ ਨਤੀਜਾ ਸਾਡੇ ਸਾਹਮਣੇ ਹੈ ਕਿ ਉੱਥੇ ਜਦੋਂ ਸਾਡੇ ਲੋਕ ਜਾਂਦੇ ਆ, ਸਾਡੇ ਲੋਕਾਂ ਨਾਲ ਗੱਲ ਕਰਦੇ ਆ, ਕਿਉਂਕਿ ਮੇਰਾ ਇੱਕ ਦਾਇਰਾ ਬਹੁਤ ਵੱਡੇ ਪੱਧਰ 'ਤੇ ਮਤਲਬ ਜੁੜਿਆ ਹੋਇਆ ਲੋਕਾਂ ਨਾਲ, ਅਤੇ ਅੱਜ ਹੀ ਮੇਰੀ ਇੱਕ ਕਿਸੇ ਵਿਦੇਸ਼ੀ ਮਿੱਤਰ ਨਾਲ ਗੱਲ ਹੋ ਕੇ ਹਟੀ ਹੈ ਦੁਪਹਿਰੇ ਇਸ ਵਿਸ਼ੇ ਦੇ ਉੱਤੇ ਲੈ ਕੇ। ਉੱਥੇ ਆਪਣੇ ਮਤਲਬ ਤਕਰੀਬਨ 12 ਵਜੇ ਹੁੰਦੇ ਨੇਗੇ, ਉਹਨਾਂ ਦੇ ਸਵੇਰੇ 8 ਵਜੇ ਦਾ ਟਾਈਮ ਹੁੰਦਾ ਹੈਗਾ। ਉਹਦੇ ਨਾਲ ਗੱਲਬਾਤ ਇਸੇ ਵਿਸ਼ੇ 'ਤੇ ਹੋ ਕੇ ਹਟੀ ਹੈ ਮੇਰੀ, ਅਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਕਹਿਣ ਦਾ ਭਾਵ ਕਿ ਉਹ ਲੋਕ ਇਸ ਵਿਸ਼ੇ ਨੂੰ ਤੁਰੇ, ਅਤੇ ਅੱਜ ਉਹ ਲੋਕ ਬੁਲੰਦੀਆਂ 'ਤੇ ਹੈ। ਅਸੀਂ ਉੱਥੇ ਦੀ ਉੱਥੇ ਖੜ੍ਹੇ ਹਾਂ ਜਿਹੜੇ ਅੱਜ ਤੋਂ ਹਜ਼ਾਰਾਂ ਸਾਲ, ਸੈਂਕੜੇ ਸਾਲ, ਸਦੀਆਂ ਪਹਿਲਾਂ ਖੜ੍ਹੇ ਸੀ, ਕਿਉਂਕਿ ਅੱਜ ਵੀ ਉਹੀ ਪੁਜਾਰੀਵਾਦ, ਉਹੀ ਬਾਬਾਵਾਦ, ਉਹੀ ਬੀਣ ਵਜਾ ਰਿਹਾ, ਧਰਮਰਾਜ ਵਾਲੀ, ਵਿਆਹ ਮਾਤਾ ਵਾਲੀ, ਅਗਲੇ ਪਿਛਲੇ ਜਨਮ ਵਾਲੀ, ਸਵਰਗ ਨਰਕ ਦੀ। ਠੀਕ ਹੈ, ਅਤੇ ਉਹ ਬੀਣ ਜਿਹੜੀ ਅਸੀਂ ਸੁਣੀ ਜਾਂਦੇ ਹਾਂ, ਉਹ 'ਤੇ ਮਸਤ ਹੋਈ ਜਾਂਦੇ ਹਾਂ, ਅਤੇ ਜਿੰਨਾ ਚਿਰ ਅਸੀਂ ਇਸ ਬੀਣ ਦੇ ਉੱਤੇ ਮਸਤ ਹੁੰਦੇ ਰਹਾਂਗੇ, ਸੁਣਦੇ ਰਹਾਂਗੇ, ਤਾਂ ਇਹ ਮੁਲਕ ਕਦੀ ਵੀ ਅੱਗੇ ਨਹੀਂ ਵੱਧ ਸਕੂਗਾ। ਤਰਕਸ਼ੀਲ ਸੋਸਾਇਟੀ ਇਸ ਚੀਜ਼ ਦਾ ਵਿਰੋਧ ਨਹੀਂ ਕਰਦੀ ਯਾਰ ਤੁਸੀਂ ਕਿਹਨੂੰ ਮੰਨਦੇ ਹੋ ਅਤੇ ਕਿੱਥੇ ਜਾਂਦੇ ਹੋ। ਤਰਕਸ਼ੀਲ ਸੋਸਾਇਟੀ ਇਸ ਚੀਜ਼ ਦਾ ਸਵਾਲ ਕਰਦੀ ਹੈ ਜਿੱਥੇ ਤੁਸੀਂ ਜਾਂਦੇ ਹੋ ਉਹ ਤੁਹਾਨੂੰ ਦੱਸ ਕੀ ਰਿਹਾ, ਤੁਹਾਨੂੰ ਸਿੱਖਿਆ ਕੀ ਦੇ ਰਿਹਾ, ਤੁਹਾਨੂੰ ਸੇਧ ਕੀ ਦੇ ਰਿਹਾ, ਇਹ 'ਤੇ ਵਿਚਾਰ ਕਰੋ ਤੁਸੀਂ। ਹੁਣ ਆਪਾਂ ਪਿੱਛੇ ਦੇਖਦੇ ਹਾਂ ਵੀ ਆਪਣਾ ਕਿਸਾਨੀ ਸੰਘਰਸ਼ ਚੱਲਿਆ, ਅੰਦੋਲਨ ਚੱਲਿਆ, ਇਹ 2-3 ਵੀਡੀਓ 'ਚ ਪਹਿਲੇ ਮੈਂ ਕਹਿ ਰਿਹਾ, ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਗਾ, ਪਰ ਮੈਂ ਇੱਕੋ ਹੀ ਸ਼ਬਦ ਵਿੱਚ ਗੱਲ ਕਹਿਣਾ ਚਾਹੂੰਗਾ ਕਿ ਜੇਕਰ ਇਹ ਬਾਬਿਆਂ ਵਾਲਾ ਕਨਸੈਪਟ ਜਿਹੜਾ ਸੀਗਾ ਵੀ ਯਾਰ ਜਿਹੜਾ ਕੁਛ ਕਰਨਾ ਉਹ ਤਾਂ ਧਰਮਰਾਜ ਨੇ ਕਰਨਾ ਹੈਗਾ, ਵਿਆਹ ਮਾਤਾ ਨੇ ਕਰਨਾ, ਜਾਂ ਕਿਸੇ ਹੋਰ ਨੇ ਕਰਨਾ ਹੈਗਾ, ਇਹ ਤਾਂ ਹੋਣਾ ਹੀ ਹੈ। ਅਤੇ ਜੇ ਇਹ ਚੀਜ਼ ਸੋਚ ਕੇ ਬਾਈ ਜੀ ਅਸੀਂ ਬਹਿ ਜਾਂਦੇ, ਉੱਥੇ ਜਾ ਕੇ ਮੋਰਚੇ ਨਾ ਲਾਉਂਦੇ, ਤਾਂ ਫਿਰ ਮੇਰੇ ਖਿਆਲ ਧਰਮਰਾਜ ਨੇ ਇਹੋ ਜਿਹਾ ਪੁੱਠਾ ਕਰਨਾ ਸੀ ਕਿ ਨਾ ਤਾਂ ਇਹਨਾਂ ਕੋਲ ਜਿਹੜੇ ਬਾਬਿਆਂ ਦਾ ਧੰਦਾ ਜਿਹੜਾ ਇਹਨਾਂ ਦਾ ਹੀ ਬੰਦ ਹੋ ਜਾਣਾ ਸੀਗਾ ਲੈ ਕੇ, ਅਤੇ ਸਾਡੀ ਤਾਂ ਜਿਹੜੀ ਹਾਲਤ ਹੋਣੀ ਸੀ, ਅੱਜ ਵੀ ਸਾਡੀ ਹਾਲਤ ਮਾੜੀ ਹੈ, ਅਤੇ ਇਸ ਤੋਂ ਵੀ ਬਦਤਰ ਹਾਲਤ ਹੋ ਜਾਣੀ ਸੀ। ਜਾਣੀ ਇੱਕ ਇਸ ਅੰਦੋਲਨ ਨੇ, ਇਸ ਸੰਘਰਸ਼ ਨੇ ਔਰ ਇਸ ਸੋਚ ਨੇ ਘੱਟੋ ਘੱਟ ਇਹ ਚੀਜ਼ ਨੂੰ ਰਿਜੈਕਟ ਕਰਤਾ ਵੀ ਇਹ ਜਿਹੜਾ ਕੋਈ ਕਰਮ ਵਾਲਾ ਸੰਕਲਪ ਹੈ ਜਾਂ ਹੋਰ ਸੰਕਲਪ ਹੈ, ਨਹੀਂ ਹੈ। ਕਰਮ ਕਿਹਨੂੰ ਕਹਿੰਦੇ ਨੇ? ਕਰਮ ਕਹਿੰਦੇ ਨੇ ਕੰਮ ਨੂੰ, ਸਾਡੀ ਸੋਚ ਨੂੰ, ਅਤੇ ਕਰਮ ਬੰਦਾ ਆਪ ਦੇ ਆਪ ਲਿਖਦਾ ਜਿਹੇ ਜਿਹੇ ਕਰਮ ਉਹ ਕਰਦਾ ਹੈ। ਇਹ ਕਰਮ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਲਿਖ ਕੇ ਆਏ ਹਾਂ। ਸੋ ਇੱਕੋ ਇੱਕ ਗੱਲ ਹੈ ਕਿ ਦੋਸਤੋ ਇਸ ਬਾਬਾਵਾਦ ਦੇ ਚੁੰਗਲ ਦੇ ਵਿੱਚੋਂ ਨਿਕਲੋ, ਇਸ ਪੁਜਾਰੀਵਾਦ ਦੇ ਚੁੰਗਲ 'ਚੋਂ ਨਿਕਲੋ। ਜਿੰਨਾ ਚਿਰ ਇਹ ਸਾਡਾ ਸਮਾਜ ਨਹੀਂ ਨਿਕਲਦਾ ਇਸ ਵਿੱਚੋਂ ਲੈ ਕੇ, ਉਹਨਾਂ ਚਿਰ ਫਿਰ ਇਹ ਜਿਹੜਾ ਸਾਡਾ ਇਹ ਜਿਹੜੀਆਂ ਸਾਡੀਆਂ ਹਾਲਾਤਾਂ ਨੇ, ਜਿਉਣ ਹਾਲਤਾਂ ਨੇ ਵੱਧ ਤੋਂ ਬਦਤਰ ਨੇ, ਇਹ ਇੱਦਾਂ ਹੀ ਰਹਿਣਗੀਆਂ।
ਤੇ ਜੇ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਵਧੀਆ ਸਮਾਜ ਬਣਾਉਣਾ ਚਾਹੁੰਦੇ ਹੋ, ਤਾਂ ਫਿਰ ਇਸ ਚੀਜ਼ ਤੋਂ ਬਾਹਰ ਨਿਕਲਣਾ ਪੈਣਾ ਹੈ। ਵਿਗਿਆਨ ਅਪਣਾਉਣਾ ਪੈਣਾ। ਵਿਗਿਆਨ ਅਪਣਾਉਣ ਦੀ ਮਤਲਬ ਵਿਗਿਆਨ ਤਾਂ ਅਪਣਾ ਰਿਹਾ। ਹੁਣ ਮੈਂ ਆਹ ਵਿਗਿਆਨ ਹੀ ਵਰਤੀ ਜਾਂਦਾ, ਮੈਂ ਵੀਡੀਓ ਬਣਾਈ ਜਾਂਦਾ, ਅਤੇ ਤੁਸੀਂ ਇਸ ਵਿਗਿਆਨ ਨੂੰ ਵਰਤੋਗੇ, ਤੁਸੀਂ ਮੈਨੂੰ ਦੇਖੋਗੇ। ਅਤੇ ਇਹੀ ਕੰਮ ਬਾਬੇ ਵੀ ਕਰੀ ਜਾਂਦੇ ਨੇ। ਠੀਕ ਹੈ, ਉਹਨਾਂ ਨੇ ਆਪਦੇ ਚੈਨਲ ਬਣਾ ਰੱਖੇ ਨੇ YouTube ਦੇ ਜਾ ਕੇ, ਹੋਰ ਥਾਂ 'ਤੇ ਜਾ ਕੇ ਲੈ ਕੇ, ਉਹਦੇ 'ਚ ਜਿਹੜਾ ਸਾਰਾ ਕੁਛ ਹੈਗਾ, ਇਹ ਕਨਸੈਪਟ ਜਿਹੜਾ ਹੈਗਾ ਉਹ ਪੇਸ਼ ਕਰੀ ਜਾਂਦੇ ਨੇ। ਨਤੀਜਾ ਕੀ ਨਿਕਲਦਾ ਹੈਗਾ ਕਿ ਲੋਕ ਉਦੋਂ ਜ਼ਿਆਦਾ ਅੰਧ ਵਿਸ਼ਵਾਸਾਂ ਦੇ ਵਿੱਚ ਫਸੀ ਜਾਂਦੇ ਨੇ, ਵਹਿਮਾਂ ਭਰਮਾਂ ਵਿੱਚ ਫਸੀ ਜਾਂਦੇ ਨੇ। ਸੋ ਮਨੁੱਖ ਤੋਂ ਵੱਡੀ ਕੋਈ ਤਾਕਤ ਨਹੀਂ ਹੈ। ਜਿਵੇਂ ਪਿੱਛੇ ਵੀ ਮੈਂ ਕਿਹਾ ਸੀਗਾ ਕਿ ਉਹ ਵਿਗਿਆਨੀ, ਨਾਸਾ ਦੇ ਵਿਗਿਆਨੀ, ਉਹ ਜਿਹੜੇ ਜਿਹਨਾਂ ਆਪਾਂ ਅੰਗਰੇਜ਼ਾਂ ਦੀ ਗੱਲ ਕਰਦੇ ਹਾਂ, ਆਪਾਂ ਅੰਗਰੇਜ਼ ਹੀ ਕਹਿ ਲੈਂਦੇ ਹਾਂ ਉਹਨਾਂ ਨੂੰ, ਉਹ ਬੰਦੇ ਪਹਿਲਾਂ ਚੰਦਰਮਾ 'ਤੇ ਗਏ, ਫਿਰ ਉਹ ਮਤਲਬ ਮੰਗਲ 'ਤੇ ਗਏ, ਅਤੇ ਹੁਣ ਉਹ ਸੂਰਜ ਦੇ ਉੱਤੇ ਦੁਆਲੇ ਰੋਵਰ ਘੁਮਾ ਰਹੇ ਨੇ। ਜਿਹੜੇ ਸੂਰਜ ਕਹਿੰਦੇ ਵੀ ਉਹ ਐਡੀ ਜ਼ਿਆਦਾ ਅੱਗ ਹੈ ਕਿ ਉਹ ਕੋਈ ਬੰਦਾ ਉਹਦੇ ਨੇੜੇ ਜਾ ਨਹੀਂ ਸਕਦਾ, ਉਹ ਜਾ ਚੁੱਕੇ ਨੇ ਉੱਥੇ। ਅਤੇ ਆਉਣ ਵਾਲੇ 6 ਮਹੀਨੇ ਸਾਲ 'ਚ ਉਹ ਤਾਂ ਸਾਰਾ ਦੱਸ ਦੇਣ ਵੀ ਸੂਰਜ ਦੇ ਵਿੱਚ ਹੈ ਕੀ। ਅਤੇ ਸਾਡੇ ਜਿਹੜੇ ਇਹ ਪੁਜਾਰੀ ਵਿਗਿਆਨੀ ਨੇ, ਬਾਬੇ ਵਿਗਿਆਨੀ ਨੇ, ਸਾਨੂੰ ਅੱਜ ਤੱਕ ਨਹੀਂ ਦੱਸੇ ਵੀ ਸਾਡੇ ਜਿਹੜਾ ਮੌਜੂਦਾ ਜ਼ਿੰਦਗੀ ਦਾ ਸਿਸਟਮ ਹੈ ਇਹ ਕੀ ਹੈ। ਦੱਸਣਗੇ ਨਹੀਂ, ਕਦੇ ਨਹੀਂ ਦੱਸਣਗੇ ਇਹ ਲੋਕ। ਕਿਉਂਕਿ ਜੇ ਇਹਨਾਂ ਨੇ ਇਹ ਚੀਜ਼ ਸੱਚ ਦੱਸਦੀ ਤਾਂ ਫਿਰ ਬਾਈ ਜੀ ਇਹ ਜੇ ਬੜੀਆਂ ਬੜੀਆਂ ਗੱਡੀਆਂ, ਬੜੇ ਬੜੇ ਆਲੀਸ਼ਾਨ ਬੰਗਲੇ, ਕੋਠੀਆਂ ਅਤੇ ਬੜੇ ਬੜੇ ਜਿਹੜੇ ਹੈਗੇ ਇਹਨਾਂ ਦੇ ਸਥਾਨ ਬਣੇ ਹੋਏ ਨੇ, ਉਹ ਨਹੀਂ ਰਹਿਣੇ। ਸੋ ਦੋਸਤੋ, ਇਸ ਚੀਜ਼ ਤੋਂ ਨਿਕਲਣ ਦੀ ਲੋੜ ਹੈ। ਜਿੰਨਾ ਚਿਰ ਇਸ ਧਰਮਰਾਜ ਵਾਲੇ ਤੋਂ, ਅਗਲੇ ਪਿਛਲੇ ਜਨਮ ਤੋਂ, ਸਵਰਗ ਨਰਕ ਤੋਂ ਨਹੀਂ ਬਾਹਰ ਨਿਕਲਦੇ, ਉਹਨਾਂ ਚਿਰ ਸਾਡਾ ਕੁਛ ਵੀ ਚੰਗਾ ਬਣਨ ਵਾਲਾ ਨਹੀਂ ਹੈ। ਅਤੇ ਇੱਕ ਉੱਥੇ ਨਾ ਆਪਾਂ ਥੋੜ੍ਹਾ ਜਿਹਾ ਹਾਸੇ ਵਾਲੀ ਗੱਲ ਵੀ ਕਰ ਲੈਂਦੇ ਹਾਂ। ਉਹ ਯਾਰ ਕਮਾਲ ਦੀ ਗੱਲ, ਕਹਿੰਦੇ ਵੀ ਸਵਰਗ ਦੇ ਵਿੱਚ ਕਹਿੰਦੇ ਪਰੀਆਂ ਮਿਲਦੀਆਂ ਨੇ। ਭਰਾਵੋ, ਸਾਡੇ ਮਾਂ ਪਿਓ ਨੇ ਸਾਨੂੰ ਇੱਕ ਪਰੀ ਲਿਆ ਕੇ ਦਿੱਤੀ ਸੀਗੀ, ਉਹਨੇ ਜੀਣਾ ਹਰਾਮ ਕਰ ਰੱਖਿਆ ਹੈਗਾ। ਅਤੇ ਜੇ ਉੱਥੇ ਸਾਨੂੰ ਇੰਨੀਆਂ ਜਾ ਕੇ ਪਰੀਆਂ ਮਿਲ ਗਈਆਂ, ਪਤਾ ਨਹੀਂ ਸਾਡਾ ਕੀ ਬਣੂਗਾ। ਸੋ ਕੁਛ ਨਹੀਂ ਹੈ ਦੋਸਤੋ ਉੱਥੇ, ਇੱਕ ਸਿਰਫ ਕਾਲਪਨਿਕ ਸੀਗਾ ਇਹ। ਇਸ ਪੁਜਾਰੀਵਾਦ ਦਾ, ਬਾਬੇਵਾਦ ਦਾ ਸਿਰਜਿਆ ਹੋਇਆ ਸਿਸਟਮ ਹੈ। ਇਸ ਕਲਪਨਾ ਤੋਂ ਬਾਹਰ ਨਿਕਲੋ। ਸਾਡੀ ਲਾਈਫ ਹੈ, ਜਿਹੜੀ ਮਨੁੱਖੀ ਜ਼ਿੰਦਗੀ ਹੈ, ਉਹਦੇ ਵਿੱਚ ਕੀ ਹੈ ਕਿ ਅੱਜ ਜਿਹੜੀ ਭਾਰਤੀ ਲੋਕਾਂ ਦੀ ਐਵਰੇਜ ਉਮਰ ਹੈ ਉਹ ਤਕਰੀਬਨ 60 ਸਾਲ ਦੀ ਹੈ। ਮੈਂ 61 ਸਾਲ ਦਾ ਹੋ ਗਿਆ, ਅਗਲੇ ਮਹੀਨੇ ਮਤਲਬ ਜਿਹੜਾ ਹੈਗਾ ਮੈਨੂੰ 62ਵਾਂ ਸਾਲ ਲੱਗ ਜੂਗਾ। ਜਾਣੀ ਮਤਲਬ ਕਹਿ ਸਕੋ ਵੀ ਆਪਦੀ ਮੈਂ ਉਮਰ ਐਵਰੇਜ ਪੂਰੀ ਕਰ ਚੁੱਕਿਆ। ਚਲੋ ਇਹ ਨਹੀਂ ਪਤਾ ਵੀ ਮੈਂ ਸਾਲ ਚੱਲਾਂ, ਹੋਰ 2 ਸਾਲ ਚੱਲਾਂ, 5 ਸਾਲ ਚੱਲਾਂ, ਕੋਈ ਪਤਾ ਨਹੀਂ ਇਸ ਗੱਲ ਦਾ। ਪਰ ਇਸ 60 ਸਾਲ ਦੇ ਵਕਫੇ ਦੇ ਵਿੱਚ ਮੈਂ ਜੋ ਕੁਛ ਖਾਧਾ ਪੀਤਾ, ਹੰਡਾਇਆ ਕੀਤਾ, ਸਾਰਾ ਕੁਛ ਜਾਂ ਮੈਂ ਇੱਥੋਂ ਹਾਸਲ ਕੀਤਾ, ਜਾਂ ਮੈਂ ਇੱਥੇ ਬੈਠਾ, ਮੈਂ ਮੋਬਾਈਲ ਹਾਸਲ ਕੀਤਾ, ਇਹ ਚੀਜ਼ਾਂ ਬੈਠਾ ਹੈਗਾ, ਆਹ ਕੁਰਸੀਆਂ, ਮੇਜ਼, ਸਾਰਾ ਕੁਛ ਇਹ ਕਿਸੇ ਨੇ ਸਿਰਜਿਆ ਹੈਗਾ। ਜਾਂ ਮੇਰੇ ਕੋਲ ਮਕਾਨ ਹੈ, ਮੇਰੇ ਕੋਲ ਦੁਕਾਨ ਹੈ, ਮੇਰੇ ਕੋਲ ਜਾਇਦਾਦ ਹੈ, ਮੇਰੇ ਕੋਲ ਜ਼ਮੀਨ ਹੈ, ਉਹ ਕਿਹਨੇ ਬਣਾਈ? ਮੇਰੇ ਬਾਪ ਨੇ। ਮੇਰੇ ਬਾਪ ਨੂੰ ਕਿਹਨੇ ਦਿੱਤੀ? ਮੇਰੇ ਦਾਦੇ ਨੇ। ਮੈਂ ਕਿਹਨੂੰ ਦੇ ਕੇ ਜਾਊਂਗਾ? ਮੈਂ ਆਪਣੀ ਔਲਾਦ ਨੂੰ। ਠੀਕ ਹੈ, ਔਲਾਦ ਜਿਹੜੀ ਮੇਰੀ ਔਲਾਦ ਆ, ਕੁਛ ਮੇਰੇ ਬਾਪ ਨੇ ਕੁਛ ਹੋਰ ਸਿਰਜਿਆ ਸੀ, ਮੈਂ ਕੁਛ ਹੋਰ ਸਿਰਜਿਆ, ਅਤੇ ਮੇਰੀ ਔਲਾਦ ਕੁਛ ਹੋਰ ਸਿਰਜੂਗੀ, ਅਤੇ ਉਦੋਂ ਬਾਅਦ ਉਹਨਾਂ ਨੂੰ ਹੋਰ ਕੁਛ ਦੇ ਕੇ ਜਾਣਗੇ। ਜਿਹੜੇ ਇਹ ਗੱਲ ਕਹਿੰਦੇ ਨਾ ਯਾਰ ਤੂੰ ਖਾਲੀ ਹੱਥ ਆਇਆ ਸੀਗਾ ਅਤੇ ਖਾਲੀ ਹੱਥ ਜਾਏਗਾ। ਠੀਕ ਹੈ, ਅਸੀਂ ਖਾਲੀ ਹੱਥ ਆਏ, ਜਦੋਂ ਮਾਂ ਦੇ ਪੇਟ 'ਚੋਂ ਨਿਕਲੇ ਸਾਡੇ ਕੋਲ ਕੁਛ ਨਹੀਂ ਸੀਗਾ, ਲੇਕਿਨ ਜਦੋਂ ਮਾਂ ਦੇ ਪੇਟ 'ਚੋਂ ਬਾਹਰ ਆਏ ਉੱਥੇ ਸਾਡੇ ਕੋਲ ਆਲੇ ਦੁਆਲੇ ਬਹੁਤ ਕੁਛ ਸੀਗਾ। ਸਾਡੇ ਪਿਓ ਨੇ ਬਹੁਤ ਕੁਛ ਬਣਾ ਰੱਖਿਆ ਸੀ ਸਾਡੇ ਵਾਸਤੇ, ਸਾਡੀ ਜ਼ਿੰਦਗੀ ਵਾਸਤੇ, ਜਿਹਦੇ ਉੱਤੇ ਅਸੀਂ ਆਪਦੀ ਜ਼ਿੰਦਗੀ ਜਿਉਣੀ ਹੈ। ਉਸ ਤੋਂ ਬਾਅਦ ਅੱਗੇ ਅਸੀਂ ਬਣਾਇਆ, ਅਸੀਂ ਆਪਣੀ ਔਲਾਦ ਵਾਸਤੇ ਬਣਾਇਆ, ਅਤੇ ਔਲਾਦ ਫਿਰ ਅੱਗੇ ਜਾ ਕੇ ਬਣਾਊਗੀ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਮੰਨ ਲਓ ਜਿਹੜੀਆਂ ਇਹ ਗੱਲਾਂ ਕਰਦੇ ਨੇ ਵੀ ਤੂੰ ਖਾਲੀ ਹੱਥਾਂ ਖਾਲੀ ਜਾਏਗਾ, ਤਾਂ ਫਿਰ ਇਹਨਾਂ ਨੂੰ ਮਤਲਬ ਇਹ ਮੈਂ ਇੱਕ ਸਵਾਲ ਕਰਦਾ ਗਾ ਵੀ ਭਰਾਵੋ ਤੁਸੀਂ ਵੀ ਤਾਂ ਖਾਲੀ ਹੱਥੀ ਆਏ ਹੋ ਨਾ, ਅਤੇ ਫਿਰ ਆਹ ਬੜੀਆਂ ਬੜੀਆਂ ਗੱਡੀਆਂ, ਬੜੀਆਂ ਬੜੀਆਂ ਕਾਰਾਂ, ਠੀਕ ਹੈ, ਹਵਾਈ ਜਹਾਜ਼ ਦੇ ਝੂਟੇ, AC ਕਮਰੇ, ਤਾਂ ਤੁਸੀਂ ਨਾਲ ਨਹੀਂ ਲੈ ਕੇ ਆਏ ਸੀ, ਪਰ ਕਿਉਂ ਵਰਤਦੇ ਇਹਨਾਂ ਨੂੰ? ਬਾਈ ਛੱਡੋ ਇਹਨਾਂ ਨੂੰ ਵਰਤਣਾ, ਨਹੀਂ ਛੱਡਣਗੇ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਪੋਲ ਗੱਲਾਂ ਸਾਡੇ ਲੋਕਾਂ ਨਾਲ ਕਰਦੇ ਆ। ਅਤੇ ਸਵਾਲ ਕਰੋ ਵੀ ਜੇ ਪ੍ਰਭੂ ਅਸੀਂ
खास करके उस बाबावाद उस पुजारीवाद में मैं सवाल करदा तरकशील सोसाइटी वालों। मैं भी खाली हत्थ आया सी मां के पेट के विचों, तुसीं भी खाली हत्थ आए हो, ठीक है। पर मैं समझदा कि जो कुछ इत्थे सिरजा गया वो इत्थों के लोगों ने सिरजा, मेरे प्यो ने सिरजा, मान लो जिहड़ी मेरे दायरे दे विच हैगा, मेरे प्यो ने सिरजा तो मैं उहदा आनंद मान रहा। जिहदा आनंद तुसीं मान रहे हो, तुसीं भी खाली हत्थे है ना। जिहड़ी चीज़ आनंद मार रहे हो पर हुण किहने सिरजा? जिस खाली हत्थ है फिर उन्होंने वरतो ना, क्यों वरत रहे हो? तो जे तुसीं खाली हत्थ जाओगे उदों पहला फिर सारा कुछ हो जिहड़ा खत्म करके जाओ, नहीं हुंदा दोस्तों। एक इहो जिहा भंबल भूसा जिहड़ा पैदा किया इस पुजारीवाद ने, जिहदे करके असी लोग अज उत्थे ही खड़े हैं। हालांकि जिहड़ी भारतीय सभ्यता हैगी सब तो पुरानी सभ्यता हैगी है और असी बहुत अगे जा सकते सीगे, अज भी जा सकते हैं। पर उस तो पहला सानू इस पुजारीवाद को, इस बाबावाद के चुंगल चों निकलना पैना है। उस धर्मराज वाले, उस विआह मत वाले, अगले पिछले जन्म वाले ते होर जिहड़े इन्हां ने इदां दे जाल बुने हुए है, वो जाल चों बाहर आना पऊगा। क्योंकि जो एक पंछी जाल दे फस जाता, एक मच्छी जाल दे फस जाती है, जो उस जाल नूं कट के बाहर नहीं आउंदी तो फिर उसका हाल की हुंदा हैगा। वो हाल जिहड़ा साडे लोकां दा कीता होया इस पुजारीवाद ने। सो बड़ी गल लंबी ना करदा होया, लंबी वीडियो ना जावे तां इन्नी गल करांगा कि जिहड़ी असीं अंग्रेज़ां वाली गल करदे हां, सानूं वो लुੱਟ के ले गए, सोने चिड़ी है, सानूं गुलाम बना के रखिया उन्होंने। तो दोस्तों ये गुलामी जिहड़ी हैगी है कित्थे हुंदी है? एक किसी शायर ने बहुत वधिया लिखिया है कि गुलामी जंजीरां दी नहीं हुंदी गी, पैरां 'च पाईआं जंजीरां बेड़ियां ये तोड़ियां जा सकदियां ने, ये शरीर की ताकत नाल टुट सकदियां ने, पर जिहड़ी इत्थे गुलामी पैगी ना, इहनूं कोई नहीं तोड़ सकदा। ये गुलामी साडे समाज दे विच हज़ारां सालां तो, युगां तो पाई हुई है, पर इनू आप तोड़ना है। इत्थे बई गुलामी मैं कहना कोई नहीं तोड़ सकता, पर इन तोड़ना है। किवें तोड़ना है? कि सोचां नूं तब्दील करके, विग्यानक सोचां अपना के, तर्कवादी सोचां अपना के ये टुटूगी तो फिर साडे लोगों की जिंदगी सुखाली होगी और ये देश, ये समाज तरक्की करूगा। मिलते हैं अगली वीडियो दे विच।